औरत भावें संसार दे विच आबादी का 50% हिस्सा रखती है। हिंदुस्तान वर्गे देश दे विच औरत नूं देवी का दर्जा भी दिता गया। साल दे विच असीं 2 वार कंजक पूजन भी करते हैं, पर फिर भी घर दे विच जदों धी पैदा हुंदी है तां खुशी की बजाय चिंता अते फिकर ज़्यादा लैके आंदी है। ते सोचो जे किसी घर दे विच तीसरी जां चौथी धी पैदा हुई होवे तां की हालात होणगे ते की सलूक होएगा उस धी दे नाल। नमस्कार जी, मैं हर रमनप्रीत कौर ते लैके हाज़र हाँ प्रोग्राम आ छूले जिंदगी दा अगला पन्ना। अज दे इस प्रोग्राम दे विच असीं एक अजिही धी नूं मिलना है जिस दा जन्म अनचाहिया है, इत्थों तक कि उसके जन्म लैण दे अधिकार नूं खोण दी कोशिश भी की गई। पिता दी नाराज़गी दा आलम ये सी कि उन्हां ने बच्ची दी मां दे नाल कई महीने गल तक ना कीती अते पैदा होई अणचाही धी दा साल तक मूँह भी ना देखिया। अजिही बेरुखी अते बेगानगी दी स्थिति विच जन्म लिया पंजाबी दी एक नामवर अते संवेदनशील ਸਾਹਿਤਕਾਰਾ ने डॉक्टर पाल कौर। आओ मिलते हैं डॉक्टर पाल कौर नूं और जानते हैं उन्होंने अपनी होंद लई जो संघर्ष किया वो कहानी किहो जिही सी। डॉक्टर पाल कौर का जन्म 15 मई 1956 ਨੂੰ ਪਿੰਡ ਕਾਲੋ ਮਾਜਰਾ ਬਨੂੜ ਵਿੱਚ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਹੁਰਾਂ ਦੇ ਘਰ ਹੋਇਆ। ਉਹ ਆਪਣੇ ਪਰਿਵਾਰ ਵਿੱਚ 8ਵੀਂ ਸੰਤਾਨ ਸਨ ਅਤੇ 6ਵੀਂ ਧੀ, ਜਿਸ ਦੇ ਜਨਮ ਤੇ ਖੁਸ਼ੀ ਦੀ ਥਾਂ ਘਰ ਵਿੱਚ ਪਸਰੇ ਅਜੀਬ ਕਿਸਮ ਦੇ ਸੋਗ ਨੇ ਉਹਨਾਂ ਨੂੰ ਆਪਣੀ ਵੱਖਰੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ। ਡਾਕਟਰ ਪਾਲ ਕੌਰ ਨੇ 7 ਕਾਵਿ ਪੁਸਤਕਾਂ, ਇੱਕ ਆਲੋਚਨਾ ਦੀ ਪੁਸਤਕ, ਇੱਕ ਇਕੱਲੀਆਂ ਔਰਤਾਂ ਤੇ ਕਿਤਾਬ, ਕਵਿਤਾ ਦੀਆਂ 2 ਸੰਪਾਦਿਤ ਪੁਸਤਕਾਂ ਲਿਖੀਆਂ। ਡਾਕਟਰ ਪਾਲ ਕੌਰ ਦੇ ਕੀਤੇ ਸਾਹਿਤਕ ਕਾਰਜਾਂ ਦੇ ਬਦਲੇ ਉਹਨਾਂ ਨੂੰ 2004 ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਕੀਤਾ ਗਿਆ। 2007 ਵਿੱਚ ਹਰਿਆਣਾ ਪੰਜਾਬੀ ਸਾਹਿਤਕ ਅਕੈਡਮੀ ਵੱਲੋਂ ਬਾਬਾ ਸ਼ੇਖ ਫਰੀਦ ਅਵਾਰਡ ਨਾਲ ਅਤੇ 2018 ਵਿੱਚ ਭਾਈ ਸੰਤੋਖ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਅਨੇਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਵਿ ਸੰਮੇਲਨਾਂ ਵਿੱਚ ਹਿੱਸਾ ਲਿਆ। ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ MA ਅਤੇ BA ਦੇ ਸਿਲੇਬਸ ਵਿੱਚ ਪੜ੍ਹਾਈਆਂ ਜਾ ਰਹੀਆਂ ਹਨ। ਉਹ ਅਸਿਸਟੈਂਟ ਪ੍ਰੋਫੈਸਰ ਵਜੋਂ ਰਿਟਾਇਰ ਹੋ ਕੇ ਅੱਜਕੱਲ੍ਹ ਅੰਬਾਲਾ ਵਿੱਚ ਰਹਿ ਰਹੇ ਹਨ। ਨਮਸਕਾਰ ਜੀ, ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਅੰਬਾਲਾ ਵਿੱਚ ਅਤੇ ਬੈਠੇ ਹਾਂ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਘਰ ਦੇ ਬਾਕੀ ਸਮਾਨ ਨਾਲੋਂ ਕਿਤੇ ਜ਼ਿਆਦਾ ਨਹੀਂ, ਕਿਤਾਬਾਂ। ਅਸੀਂ ਬੈਠੇ ਹਾਂ ਉਸ ਘਰ ਦੇ ਵਿੱਚ ਜਿਸ ਘਰ ਦੀ ਹਵਾ ਦੇ ਵਿੱਚ ਕਵਿਤਾ ਰੁਮਕਦੀ ਹੈ। ਅਸੀਂ ਬੈਠੇ ਹਾਂ ਉਸ ਘਰ ਦੇ ਵਿੱਚ ਜਿਸ ਘਰ 'ਚ ਰਹਿੰਦੇ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸ਼ਖਸੀਅਤ ਅਤੇ ਆਪਣੀ ਕਵਿਤਾ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਨੂੰ ਅੰਜਾਮ ਦੇ ਰਹੇ ਨੇ। ਡਾਕਟਰ ਪਾਲ ਕੌਰ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਪ੍ਰੋਗਰਾਮ ਸਵਾਗਤ। ਸ਼ੁਕਰੀਆ ਜੀ, ਸ਼ੁਕਰੀਆ ਜੇ ਮੈਂ ਗੱਲ ਕਰਾਂ, ਡਾਕਟਰ ਪਾਲ ਕੌਰ ਅੱਜ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈਗੇ। ਉਹ ਇੱਕ ਸਥਾਪਤ ਅਧਿਆਪਕਾ ਨੇ, ਇੱਕ ਸਸ਼ਕਤ, ਇੱਕ ਮਜ਼ਬੂਤ ਇਰਾਦਿਆਂ ਵਾਲੀ ਕਵਿਤਰੀ, ਸਾਹਿਤਕਾਰਾ ਅਤੇ ਇੱਕ ਆਜ਼ਾਦ ਔਰਤ ਜਿਹੜੀ ਆਪਣੀ ਚੋਇਸ ਦੀ ਜ਼ਿੰਦਗੀ, ਆਪਣੀ ਮਰਜ਼ੀ ਦੀ ਜ਼ਿੰਦਗੀ ਜੀਣ ਦੀ ਹਿੰਮਤ ਵੀ ਰੱਖਦੀ ਹੈ ਤੇ ਉਹਦੇ ਕੋਲ ਰਾਹ ਰਸਤਾ ਵੀ ਹੈ। ਸਵਾਲ ਇਹ ਕਿ ਪਾਲ ਕੌਰ ਬਾਕੀ ਆਮ ਜਿਹੜੀਆਂ ਕੁੜੀਆਂ ਜਿਹਨੂੰ ਕਹਿ ਦੋਗੇ ਤੁਸੀਂ ਨਾਜ਼ੁਕ ਜੀਆਂ ਉੱਦਾਂ ਦੀਆਂ ਕੁੜੀਆਂ ਨਾਲੋਂ ਵੱਖਰੀ ਕਿਸ ਤਰ੍ਹਾਂ ਹੈ ਡਾਕਟਰ ਪਾਲ ਕੌਰ? ਮੇਰੀ ਜ਼ਿੰਦਗੀ ਬਹੁਤ ਕੋਈ ਐਸੀ ਗੱਲ ਨਹੀਂ ਹੈ ਕਿ ਬਹੁਤ ਵੱਖਰੀ ਆ ਕੁੜੀਆਂ ਨਾਲੋਂ, ਮੈਂ ਕੋਈ ਬਹੁਤੀ ਵੱਖਰੀ ਨਹੀਂ ਆ, ਪਰ ਮੇਰੀ ਜਿਹੜੀ ਸੋਚ ਹੈ, ਮੇਰਾ ਜਿਹੜਾ ਦ੍ਰਿਸ਼ਟੀਕੋਣ ਹੈ ਜ਼ਿੰਦਗੀ ਦੇ ਪ੍ਰਤੀ, ਜਾਂ ਮੇਰੇ ਜਿਹੜੇ ਹਾਲਾਤ ਸੀ ਉਹਨਾਂ ਨੇ ਮੈਨੂੰ ਵੱਖਰਾ ਬਣਾ ਦਿੱਤਾ। ਜਦੋਂ ਮੈਂ ਦੇਖਿਆ ਕਿ ਜੋ ਕੁੜੀ ਹੈ ਉਸ ਦੀ ਆਪਣੀ ਕੋਈ ਸੁਤੰਤਰ ਹੋਂਦ ਨੂੰ ਜੋ ਸਮਾਜ ਹੈ ਉਹ ਸਵੀਕਾਰ ਹੀ ਨਹੀਂ ਕਰਦਾ, ਤਾਂ
ਮੈਂ ਉਦੋਂ ਸੋਚਿਆ ਕਿ ਮੈਂ ਜ਼ਰੂਰ ਜ਼ਿੰਦਗੀ ਦੇ ਵਿੱਚ ਅਜਿਹਾ ਕੰਮ ਕਰਾਂਗੀ, ਕੋਈ ਅਜਿਹੇ ਮੁਕਾਮ ਹਾਸਲ ਕਰਾਂਗੀ ਜਿਹਦੇ ਨਾਲ ਮੇਰੀ ਹੋਂਦ ਦੀ ਪਛਾਣ ਮੇਰੇ ਨਾਮ ਨਾਲ ਹੀ ਹੋ ਸਕੇ। ਜੀ, ਅੱਜ ਤਾਂ ਪਾਲ ਕੌਰ ਜੀ ਜ਼ਮਾਨਾ ਕਾਫੀ ਬਦਲ ਗਿਆ, ਪਰ ਜਦੋਂ ਤੁਸੀਂ ਛੋਟੇ ਹੋਵੋਗੇ, ਜਦੋਂ ਤੁਹਾਡਾ ਜਨਮ ਹੋਇਆ, ਉਦੋਂ ਹਾਲਾਤ ਜੇ ਮੁੱਖ ਤੌਰ ਤੇ ਦੇਖੀਏ ਲੜਕੀਆਂ ਲਈ ਬਿਲਕੁਲ ਵੱਖਰੇ ਸੀਗੇ। ਜੀ, ਮੈਨੂੰ ਤਾਂ ਲੱਗਦਾ ਉਹਨਾਂ ਵਾਸਤੇ ਰਾਹ ਰਸਤੇ ਪੜ੍ਹਾਈ ਦੇ ਵੀ ਖੁੱਲੇ ਨਹੀਂ ਸੀਗੇ। ਹਾਂਜੀ। ਤੇ ਤੁਸੀਂ ਕੀ ਸੋਚਦੇ ਹੋ ਕਿ ਉਸ ਵੇਲੇ ਕਿੰਨੀ ਕੁ ਉਮਰ 'ਚ ਤੁਹਾਨੂੰ ਸੋਝੀ ਆਈ ਆਪਣੇ ਬਾਰੇ, ਆਪਣੀ ਵਿੱਦਿਆ ਬਾਰੇ, ਔਰ ਪਰਿਵਾਰ ਦੇ ਵਿੱਚ ਜੋ ਤੁਹਾਡਾ ਸਥਾਨ ਸੀਗਾ ਉਹਦੇ ਬਾਰੇ? ਮੈਂ ਬਹੁਤ ਛੋਟੀ ਸੀ, ਮੇਰੇ ਕੋਲ 5ਵੀਂ 6ਵੀਂ 'ਚ ਪੜ੍ਹਦੀ ਹੋਵਾਂਗੀ, ਜਦੋਂ ਮੈਂ ਓਵਰ ਹੀਅਰ ਕੀਤਾ, ਇਸ ਗੱਲ ਨੂੰ ਸੁਣਿਆ, ਮੈਨੂੰ ਪਤਾ ਲੱਗਿਆ ਕਿ ਵੀ ਮੇਰਾ ਜੋ ਜਨਮ ਸੀ ਉਹਨੂੰ ਉਸ ਸਵੀਕਾਰ ਨਹੀਂ ਕੀਤਾ ਗਿਆ ਜਿਵੇਂ ਕਿਸੇ ਬੱਚੇ ਦੇ ਜਨਮ ਨੂੰ ਸਵੀਕਾਰ ਕੀਤਾ ਜਾਂਦਾ ਹੈ। ਤਾਂ ਉਹ ਫਿਰ ਮੇਰੇ ਅੰਦਰ ਇੱਕ ਉਹਦੀ ਸੰਵੇਦਨਾ, ਉਹਦਾ ਦਰਦ ਜਿਹੜਾ ਉਹ ਮੇਰੇ ਅੰਦਰ ਬੈਠ ਗਿਆ। ਤੇ ਉਹ ਸੋਚ ਮੇਰੀ ਉਦੋਂ ਤੋਂ ਜ਼ਰਾ ਜਿਵੇਂ ਬਚਪਨ ਦੇ ਨਾਲ ਥੋੜੀ ਵੱਡੀ ਹੋਈ, ਫਿਰ ਮੈਂ ਵੱਡੀ ਹੋਈ ਤੇ ਉਹ ਵੀ ਵੱਡੀ ਹੋਈ, ਤਾਂ ਉਹ ਹੌਲੀ ਹੌਲੀ ਮੇਰੇ ਨਾਲ ਜਿਹੜੀ ਹੈ ਉਹ ਵਿਕਾਸ ਕਰਦੀ ਗਈ ਉਹ ਸੋਚ ਕਿ ਵੀ ਨਹੀਂ, ਐਸਾ ਨਹੀਂ ਹੈ ਕਿ ਵੀ ਮੈਂ ਦੁਨੀਆ ਵਿੱਚ ਆਈ ਹਾਂ ਤੇ ਬਿਲਕੁਲ ਇਦਾਂ ਹੀ ਚਲੀ ਜਾਵਾਂਗੀ ਕਿ ਵੀ ਮੈਂ ਅਣਚਾਹੀ ਸੀ ਤੇ ਮੈਂ ਅਣਚਾਹੀ ਹੀ ਇਸ ਦੁਨੀਆ ਤੋਂ ਤੁਰ ਜਾਵਾਂਗੀ। ਵੀ ਐਸਾ ਨਹੀਂ ਹੈ, ਮੈਂ ਜ਼ਰੂਰ ਕੰਮ ਕਰਾਂਗੀ। ਤੁਹਾਡੇ ਜ਼ਿਹਨ ਦੇ ਵਿੱਚ, ਜਿਵੇਂ ਤੁਸੀਂ ਖੁਦ ਦੱਸਿਆ ਕਿ ਤੁਹਾਡੀ ਜਿਹੜਾ ਬਰਥ ਸੀਗਾ, ਜਨਮ ਸੀਗਾ, ਉਹ ਵੀ ਸੈਲੀਬ੍ਰੇਟ ਨਹੀਂ ਸੀ ਕੀਤਾ ਗਿਆ। ਤੁਸੀਂ 8 ਭੈਣ ਭਾਈਆਂ ਵਿੱਚੋਂ 8ਵੇਂ ਨੰਬਰ ਤੇ ਸੀ, 6ਵੀਂ ਬੇਟੀ ਸੀਗੇ। ਤੇ ਕੀ ਲੱਗਦਾ ਹੈ ਕਿ ਜਦੋਂ ਇੱਕ ਲੜਕੀ ਨਾਲ ਭਾਵੇਂ ਸਮਾਜਿਕ ਨਹੀਂ ਪਰਿਵਾਰਿਕ ਤੌਰ ਤੇ ਵਿਤਕਰਾ ਕੀਤਾ ਜਾਂਦਾ, ਕਿ ਉਹਦੇ ਦਿਮਾਗ 'ਚ ਇਹ ਆ ਜਾਂਦਾ ਕਿ ਮੈਂ ਮੁੰਡਾ ਹੁੰਦੀ? ਕਿਉਂਕਿ ਤੁਸੀਂ ਬਚਪਨ ਦੇ ਵਿੱਚ ਬੰਟੇ ਖੇਡਣ ਦੀ ਜ਼ਿੱਦ ਕਰਦੇ ਸੀਗੇ, ਹੈਨਾ, ਤੇ ਆਪਣੀ ਮਰਜ਼ੀ ਦੀ ਪੜ੍ਹਾਈ ਕਰਨ ਲਈ ਤੁਸੀਂ ਬੜੀਆਂ ਮੁਸ਼ਕਿਲਾਂ 'ਚੋਂ ਵੀ ਨਿਕਲੇ, ਤੇ ਇੱਥੋਂ ਤੱਕ ਕਿ ਤੁਸੀਂ ਆਪਣੀ ਜਿਹੜੀ ਪੜ੍ਹਾਈ ਦੀ ਫੀਸ ਹੈ ਉਹਦੇ ਲਈ ਵੀ ਬੜੀ ਸਖਤ ਮਿਹਨਤ ਕੀਤੀ। ਕਿ ਇੱਕ ਔਰਤ ਨੂੰ ਜਦੋਂ ਸਥਾਪਤੀ ਜਾਂ ਪਛਾਣ ਨਹੀਂ ਮਿਲਦੀ ਕਿ ਉਹ ਸੋਚਦੀ ਹੈ ਕਿ ਮੈਂ ਮੁੰਡਾ ਹੋਵਾਂ? ਹਾਂ, ਇਹ ਤੁਹਾਡਾ ਸਵਾਲ ਬੜਾ ਇੰਟਰਸਟਿੰਗ ਹੈ, ਪਰ ਮਜ਼ੇਦਾਰ ਗੱਲ ਇਹ ਹੈ ਕਿ ਵੀ ਮੈਂ ਐਸਾ ਕਦੇ ਨਹੀਂ ਸੋਚਿਆ ਵੀ ਮੈਂ ਮੁੰਡਾ ਹੁੰਦੀ। ਮੈਂ ਕੁੜੀ ਹੋ ਕੇ ਇਹ ਸੋਚਿਆ ਕਿ ਜੋ ਮੇਰੇ ਭਰਾ ਕਰ ਸਕਦੇ ਆ, ਜੋ ਮੁੰਡੇ ਕਰ ਸਕਦੇ, ਕਿਉਂਕਿ ਮੇਰੇ ਆਪਣੇ 2 ਭਰਾਵਾਂ ਦੇ ਨਾਲ ਪਲੀ ਆ, ਤੇ ਮੇਰਾ ਹਮੇਸ਼ਾ ਹੀ ਸਵਾਲ ਇਹ ਹੁੰਦਾ ਸੀ ਵੀ ਜੋ ਉਹ ਕਰ ਸਕਦੇ ਨੇ ਮੈਂ ਕਿਉਂ ਨਹੀਂ ਕਰ ਸਕਦੀ। ਜੋ ਬੰਟੇ ਮੇਰਾ ਭਰਾ ਖੇਡ ਸਕਦਾ ਤੇ ਮੈਂ ਕਿਉਂ ਨਹੀਂ ਖੇਡ ਸਕਦੀ। ਸੋ ਇਹ ਸਵਾਲ ਜ਼ਰੂਰ ਮੇਰੇ ਨਾਲ ਹੋਏ, ਔਰ ਵਾਕਈ ਇਹ ਗੱਲ ਮੇਰੇ ਕਦੇ ਨਹੀਂ ਜ਼ਿਹਨ 'ਚ ਆਈ ਕਿ ਮੈਂ ਮੁੰਡਾ ਹੁੰਦੀ। ਕੁੜੀਆਂ ਦਾ ਜਿਹੜਾ ਸੰਵੇਦਨਸ਼ੀਲ ਹੋਣਾ, ਕੁੜੀਆਂ ਦੀ ਆਪਣੀ ਜਿਹੜੀ ਇੱਕ ਜ਼ਿੰਦਗੀ ਹੈ, ਦੀ ਖੂਬਸੂਰਤੀ ਹੈ, ਕਹਿੰਦੇ ਨੇ ਨਾ ਵੀ ਜਿਹੜੀ ਸੰਵੇਦਨਾ ਹੈ ਉਹ ਜ਼ਿੰਦਗੀ ਦੀ ਖੂਬਸੂਰਤੀ ਹੈ, ਤੇ ਸੰਵੇਦਨਾ ਜ਼ਿਆਦਾ ਔਰਤ ਕੋਲ ਹੈ, ਤੇ ਸੰਵੇਦਨਾ ਜਿਹੜੀ ਹੈ ਉਹ ਫੈਮਿਨਨ ਹੀ ਉਹਨੂੰ ਜ਼ਿਆਦਾ ਮੰਨਿਆ ਜਾਂਦਾ। ਸੋ ਇਸ ਕਰਕੇ ਮੈਨੂੰ ਉਹ ਚੰਗੀ ਲੱਗਦੀ ਸੀ, ਤੇ ਮੇਰਾ ਮਨ ਕਦੇ ਨਹੀਂ ਆਇਆ। ਮੈਮ, ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਤੁਹਾਡੇ 5 ਭੈਣਾਂ ਸੀਗੀਆਂ, 6ਵੇਂ ਤੁਸੀਂ, 2 ਤੁਹਾਡੇ ਬ੍ਰਦਰ ਸੀਗੇ, ਤੇ ਬਚਪਨ ਵੇਲੇ ਦਾ ਕੁਝ ਸਾਡੇ ਨਾਲ ਕੁਝ ਵਾਕਿਆ ਸਾਂਝਾ ਕਰੋ ਕਿ ਘਰ 'ਚ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ, ਤੁਹਾਡਾ ਆਪਣੇ ਭਰਾਵਾਂ ਨਾਲ ਤੇ ਆਪਣੀਆਂ ਭੈਣਾਂ ਨਾਲ ਕਿਹੋ ਜਿਹਾ ਰਿਸ਼ਤਾ ਸੀ? ਅਸਲ 'ਚ ਮੇਰੀਆਂ ਭੈਣਾਂ ਦੇ 4 ਭੈਣਾਂ ਦੇ ਵਿਆਹ ਜਿਹੜੇ ਨੇ ਉਹ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਹੋ ਗਏ ਸੀ, ਤੇ 5ਵੀਂ ਭੈਣ ਦਾ ਵਿਆਹ ਉਦੋਂ ਹੋ ਗਿਆ ਸੀ ਜਦੋਂ ਮੈਂ ਹਾਲੇ ਪਹਿਲੀ ਜਮਾਤ 'ਚ ਪੜ੍ਹਦੀ ਸੀ, 5-6 ਸਾਲਾਂ ਦੀ ਸੀ, ਤੇ ਮੈਂ ਜ਼ਿਆਦਾਤਰ ਫਿਰ ਆਪਣੇ ਭਰਾਵਾਂ ਦੇ ਨਾਲ ਪਲੀ ਹਾਂ। ਸੋ ਮੇਰੇ ਭਰਾਵਾਂ ਨਾਲ, ਖਾਸ ਤੌਰ ਤੇ ਜੋ ਵੱਡੇ ਭਰਾ ਸੀ ਮੇਰੇ, ਉਹਨਾਂ ਨਾਲ ਮੇਰਾ ਰਿਸ਼ਤਾ ਬਹੁਤ ਅੱਛਾ ਸੀ। ਛੋਟੇ ਨਾਲ ਥੋੜਾ, ਜਿਵੇਂ ਛੋਟੇ ਭੈਣ ਭਰਾ ਦੀ ਆਪਸ 'ਚ ਟਕਰਾਅ ਹੁੰਦਾ, ਇੱਦਾਂ ਦਾ ਹੁੰਦਾ ਰਹਿੰਦਾ ਸੀ ਹਾਸੇ ਖੇਡ 'ਚ। ਤੇ ਜੋ 5ਵੀਂ ਭੈਣ ਸੀ ਉਹਦੇ ਨਾਲ ਅੱਛੀਆਂ ਮੇਰੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਨੇ, ਕਿਉਂਕਿ ਉਹ ਨਾਲ ਰਹੇ ਕੁਝ ਦੇਰ। ਤੇ ਬਾਕੀ ਮਹਿਸੂਸ ਮੈਨੂੰ ਉਦੋਂ ਹੀ ਹੋਣ ਲੱਗ ਗਿਆ ਸੀਗਾ, ਮਾਂ ਪਿਓ ਜਿਸ ਤਰ੍ਹਾਂ, ਐਸਾ ਨਹੀਂ ਕਿ ਵੀ ਮੇਰੇ ਨਾਲ ਹੀ ਸੀ ਇਕੱਲੀ ਨਾਲ ਐਸਾ ਹੁੰਦਾ, ਤਾਂ ਉਹ ਜੋ ਵਿਤਕਰੇ ਹੁੰਦੇ ਨੇ ਵੀ ਜਦੋਂ ਤੁਸੀਂ ਇਕੱਠੇ ਪਲਦੇ ਹੋ, ਤਾਂ ਭਰਾਵਾਂ ਜਿਹੜੇ ਮੇਰੇ ਭਰਾ ਨੇ ਉਹਨਾਂ ਦੀ ਪਰਵਰਿਸ਼ ਕਿਵੇਂ ਹੋ ਰਹੀ ਹੈ ਔਰ ਮੇਰੀ ਕਿਵੇਂ ਹੋ ਰਹੀ ਹੈ। ਸੋ ਉਹਦੇ ਵਿੱਚ ਫਰਕ ਜਿਹੜੇ ਨੇ ਉਦੋਂ ਮੈਨੂੰ ਪਤਾ ਲੱਗਣੇ ਸ਼ੁਰੂ ਹੋ ਗਏ ਸੀ।
ਤੇ ਉਹ ਜਿਹੜਾ ਫਰਕ ਸੀ ਉਹਦਾ ਅਹਿਸਾਸ ਕਈ ਬੱਚੇ ਗੁੱਸੇ 'ਚ ਕੱਢਦੇ ਨੇ, ਚੀਜ਼ਾਂ ਤੋੜਦੇ ਆ, ਲੜਦੇ ਆ, ਜਾਂ ਕਹਿਣਾ ਨਹੀਂ ਮੰਨਦੇ, ਜਾਂ ਜ਼ਿਆਦਾ ਸ਼ਰਾਰਤੀ ਹੋ ਜਾਂਦੇ ਆ, ਜਾਂ ਕਈ ਵਾਰ ਜੇ ਕਹੀਏ ਵਿਗੜ ਜਾਂਦੇ ਆ, ਮਾਂ ਬਾਪ ਦਾ ਕਹਿਣਾ ਨਹੀਂ ਮੰਨਦੇ। ਤੁਹਾਡਾ ਇਹ ਵਿਦਰੋਹ ਕਿਸ ਰੂਪ 'ਚ ਨਿਕਲਿਆ? ਮੇਰਾ ਮੇਰਾ ਵਿਦਰੋਹ ਨਾ ਅੰਦਰ ਸੀ ਜ਼ਿਆਦਾ, ਅੰਦਰ ਅੰਦਰ ਜੋ ਘੁਲਦੇ ਰਹੇ। ਹਾਂ, ਮੇਰਾ ਅੰਦਰ ਨੂੰ ਜ਼ਿਆਦਾ ਹੁੰਦਾ ਸੀਗਾ, ਹਮੇਸ਼ਾ ਹੀ ਰਿਹਾ। ਹੁਣ ਵੀ ਕੋਈ ਚੀਜ਼ ਹੁੰਦੀ ਉਹ ਅੰਦਰ ਜਾਂਦੀ ਤਾਂ ਹੀ ਕਵਿਤਾ ਬਣਦੀ ਹੈ ਜੀ। ਤਾਂ ਮੇਰਾ ਅੰਦਰ ਸੀ ਜ਼ਿਆਦਾ, ਅੰਦਰ ਮਹਿਸੂਸ ਕਰਦੀ ਸੀ। ਸੋ ਐਵੇਂ ਹਾਸੇ ਮਜ਼ਾਕ ਦੀ ਜਿਹੜੀ ਹੈ ਉਹ ਗੱਲ ਇੱਕ ਹੈਗੀ ਹੈ ਕਿ ਵੀ ਜਦੋਂ ਮੇਲੇ ਤੇ ਜਾਣ ਲੱਗੇ ਤਾਂ ਉਹ ਮੇਰੇ ਭਰਾਵਾਂ ਨੂੰ 2-2 ਰੁਪਏ ਦਿੱਤੇ, ਜੋ ਪੈਸੇ ਉਹਦੇ ਕਾਗਜ਼ ਵਾਲੇ ਰੁਪਏ ਹੁੰਦੇ ਸੀ, ਤੇ ਮੈਨੂੰ 1 ਰੁਪਿਆ ਦਿੱਤਾ। ਤੇ ਮੈਂ ਕਿਹਾ ਵੀ ਮੈਨੂੰ ਵੀ ਦਿਓ। ਕਹਿੰਦੇ ਨਹੀਂ ਤੂੰ ਕੁੜੀ ਆ ਤੇ ਤੈਨੂੰ 1 ਹੀ ਦੇਵਾਂਗੇ। ਤੇ ਮੈਂ ਉਹਨੂੰ ਪਾੜ ਕੇ ਜਿਹੜਾ ਹੈ ਉਹ ਦਿਖਾਇਆ, ਪਾੜ ਦਿੱਤਾ ਤੇ ਕਿਹਾ ਲੋ ਮੇਰੇ ਵੀ 2 ਬਣ ਗਏ। ਸੋ ਐਦਾਂ ਦੀ ਕਹਿ ਸਕਦੇ ਹੋ ਸੂਖਮ ਵਿਰੋਧ ਸੀਗਾ ਤੁਹਾਡਾ, ਸਿੰਬੋਲਿਕ ਸੀਗਾ ਵਿਦਰੋਹ, ਸੂਖਮ ਸੀ। ਔਰ ਮੇਰੇ ਅੰਦਰ ਸੀ ਜਿਹੜਾ ਉਦੋਂ ਹੀ ਜਜ਼ਬ ਹੋਣਾ ਸ਼ੁਰੂ ਹੋ ਗਿਆ, ਜਿਹਨੇ ਕਵਿਤਾ ਦੀ ਥਾਂ ਬਣਾਈ। ਮੇਰੇ ਜ਼ਿਹਨ 'ਚ ਇੱਕ ਸਵਾਲ ਸਿਰਫ ਤੁਹਾਡੇ ਨਾਲ ਗੱਲ ਕਰਦੇ ਨੇ, ਵੈਸੇ ਵੀ ਆਉਂਦਾ ਹੈ ਕਿ ਜਿਸ ਤਰ੍ਹਾਂ ਪਿਤਾ ਪ੍ਰਧਾਨ ਜਾਂ ਪੁਰਸ਼ ਪ੍ਰਧਾਨ ਪਰਿਵਾਰ ਦੇ ਵਿੱਚ ਨਕਾਰਿਆ ਜਾਂਦਾ ਹੈ ਲੜਕੀਆਂ ਨੂੰ ਕਿ ਇਹ ਸਾਡੀਆਂ ਉੱਤਰਾਧਿਕਾਰੀ ਨਹੀਂ, ਪੁੱਤਰ ਸਾਡੇ ਉੱਤਰਾਧਿਕਾਰੀ ਹੈ। ਪਰ ਦੇਖੋ ਕੁਦਰਤ ਨੇ ਕਿੱਡੀ ਵੱਡੀ ਚੋਜ ਰਚਾਈ ਕਿ ਤੁਹਾਡੇ ਫਾਦਰ ਵੀ ਕਵਿਤਾ ਲਿਖਦੇ ਸੀਗੇ, ਭਾਵੇਂ ਉਹ ਧਾਰਮਿਕ ਕਵਿਤਾ ਸੀ, ਹੈ ਨਾ। ਉਹਨਾਂ ਦੇ ਮਤਲਬ ਜੇ 8 ਸੰਤਾਨਾਂ ਸੀਗੀਆਂ ਤਾਂ ਉਹਨਾਂ ਚੋਂ ਇੱਕ ਕੁੜੀ ਸੰਤਾਨ ਨੂੰ ਉਹਦੀ ਧਰੋਹਰ ਮਿਲੀ ਹੈ, ਉਹ ਉਹਦੀ ਤੁਹਾਡੇ ਪਿਤਾ ਦੀ ਸਹੀ ਉੱਤਰਾਧਿਕਾਰੀ ਕਵਿਤਾ ਦੀ ਬਣੀ। ਮਤਲਬ ਕੁਦਰਤ ਨੇ ਤਾਂ ਤੁਹਾਨੂੰ ਮਨਜ਼ੂਰ ਕਰ ਲਿਆ ਕਿ ਇੱਕ ਕੁੜੀ ਇੱਕ ਪਿਤਾ ਦੀ ਉੱਤਰਾਧਿਕਾਰੀ ਹੋ ਸਕਦੀ ਹੈ ਕਲਾ ਦੀ, ਤੇ ਸਮਾਜ ਕਿਉਂ ਨਹੀਂ ਮੰਨਦਾ? ਇਹ ਆਪਾਂ ਦੇਖੋ, ਮੈਂ 60 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ। ਉਦੋਂ ਹਾਲੇ ਚੇਤਨਾ ਹੀ ਨਹੀਂ ਸੀ ਸਮਾਜ 'ਚ ਆਈ, ਤੇ ਉਸੇ ਹੀ ਸਮਾਜ ਦਾ ਹਿੱਸਾ ਸੀ ਮੇਰੇ ਫਾਦਰ। ਤਾਂ ਉਹ ਇਹੀ ਸੋਚਦੇ ਸੀ ਵੀ ਜੋ ਪੁੱਤਰਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਨੇ ਅਸਲ 'ਚ ਉਹੀ ਪ੍ਰਾਪਤੀਆਂ ਹੁੰਦੀਆਂ, ਵੀ ਕੁੜੀਆਂ ਨੇ ਤੇ ਥੋੜਾ ਜਿਹਾ ਵੱਡੀਆਂ ਹੋਣੇ, ਉਹਨਾਂ ਦੇ ਵਿਆਹ ਹੋ ਜਾਣਗੇ ਤੇ ਉਹ ਆਪਣੇ ਪਰਿਵਾਰਾਂ 'ਚ ਚਲੀਆਂ ਜਾਣਗੀਆਂ। ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਕਿਹੜਾ ਕੋਈ ਮਾਂ ਪਿਓ ਦੇ ਨਾਲ ਜੁੜੀਆਂ ਹੋਈਆਂ। ਸੋ ਇਸ ਕਰਕੇ ਉਹਨਾਂ ਨੇ ਮੇਰੀ ਕੋਈ ਬਹੁਤਾ ਗੌਲਿਆ ਨਹੀਂ ਹੈ, ਧਿਆਨ ਨਹੀਂ ਕੀਤਾ। ਸਗੋਂ ਜਦੋਂ ਮੇਰੀ ਕਵਿਤਾ ਉਹਨਾਂ ਦੇ ਹੁੰਦਿਆਂ ਮੇਰੀ ਕਵਿਤਾ ਛਪਣੀ ਸ਼ੁਰੂ ਹੋ ਗਈ ਤਾਂ ਉਸ ਵੇਲੇ ਵੀ ਉਹਨਾਂ ਨੇ ਬਹੁਤ ਮਹਿਸੂਸ ਨਹੀਂ ਕੀਤਾ ਕਿ ਵੀ ਬਹੁਤ ਚੰਗਾ ਕੁਝ ਹੋ ਰਿਹਾ। ਮਤਲਬ ਪੂਰੀ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ, ਮਹੱਤਵਪੂਰਨ ਨਹੀਂ ਸਮਝਿਆ। ਉਦੋਂ ਉਹ ਇੱਕ ਹਉਮੈ ਸੀ ਉਹਨਾਂ ਦੇ ਅੰਦਰ। ਫਿਰ ਉਹ ਕੁੜੀ ਵਾਲੀ ਤੇ ਪਿਤਾ ਵਾਲੀ ਵੀ ਇਹਦੀਆਂ ਕਵਿਤਾਵਾਂ ਛਪਣੀਆਂ ਸ਼ੁਰੂ ਹੋ ਗਈਆਂ ਨੇ। ਸੋ ਉਸ ਚੀਜ਼ ਨੂੰ ਉਹਨਾਂ ਨੇ ਜਿਹੜਾ ਹੈ ਬਹੁਤੀ ਖੁਸ਼ੀ ਨਾਲ ਨਹੀਂ ਲਿਆ। ਤੇ ਉਹਦਾ ਫਿਰ ਚੀਜ਼ ਦਿਲ ਦੇ ਵਿੱਚ ਹੈਗੀ ਹੈ? ਨਹੀਂ, ਮੈਂ ਸਾਰੀ ਚੀਜ਼ ਨੂੰ ਅਸਲ 'ਚ ਮੈਂ ਚੀਜ਼ ਨਹੀਂ ਰੱਖੀ। ਉਹ ਨਹੀਂ ਤਾਂ ਫਿਰ ਮੈਨੂੰ ਲੱਗਦਾ ਮਾਫ ਕਰਤਾ, ਭੁਲਾਤਾ। ਨਹੀਂ, ਮੈਂ ਉਸ ਚੀਜ਼ ਨੂੰ ਕਵਿਤਾ ਬਣਾ ਲਿਆ। ਕਵਿਤਾ ਬਣਾ ਲਿਆ। ਅੱਛਾ, ਕਵਿਤਾ ਨਾਲ ਸਾਇੰਸ ਕਦੋਂ ਕੁ ਪਈ? ਕਦੋਂ ਤੁਹਾਨੂੰ ਲੱਗਿਆ ਕਿ ਤੁਸੀਂ ਕਵਿਤਾ ਨੂੰ ਸਮਝਣ ਲੱਗ ਪਏ ਹੋ ਕਿ ਇੱਦਾਂ ਕਵਿਤਾ ਲਿਖੀ ਜਾ ਸਕਦੀ ਹੈ? ਮੈਂ ਕਰੀਬਨ ਹੱਲੇ ਸਕੂਲ 'ਚ ਹੀ ਪੜ੍ਹਦੀ ਸੀ, ਤੇ ਸਗੋਂ ਪਿਤਾ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਕਈ ਵਾਰੀ ਪੜ੍ਹ ਦਿੰਦੀ ਹੁੰਦੀ ਸੀ। ਫਿਰ ਹੌਲੀ ਹੌਲੀ ਮੈਨੂੰ ਆਪ ਲੱਗਿਆ ਵੀ ਮੈਨੂੰ ਵੀ ਲਿਖਣਾ ਚਾਹੀਦਾ। ਫਿਰ ਮੈਂ ਥੋੜਾ ਜਦੋਂ ਲਿਟਰੇਚਰ ਵੀ, ਜਦੋਂ ਮੈਂ ਕਾਲਜ ਗਈ ਹਾਂ, ਸੋ BA ਫਸਟ ਈਅਰ ਸੀ, ਥੋੜਾ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ। ਤਾਂ ਉਸ ਵੇਲੇ ਫਿਰ ਮੈਨੂੰ ਲੱਗਿਆ ਕਿ ਮੈਂ ਵੀ ਲਿਖਾਂ। ਫਿਰ ਮੈਂ ਲਿਖਣਾ ਸ਼ੁਰੂ ਕਰਤਾ। ਨਜ਼ਮ ਪੇਸ਼ ਹੈ ਖੱਬਲ ਜੀ। ਕਿ ਸੁਣਿਆ ਹੈ ਕਿ ਜਦੋਂ ਮੈਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ਕਿਸੇ ਨੇ ਮੂੰਹ ਫੇਰ ਲਿਆ ਸੀ ਤੇ ਕਿਸੇ ਨੇ ਪਿੱਠ ਕਰ ਲਈ ਸੀ। ਤੇ ਜਿਵੇਂ ਕਹਿੰਦੇ ਨੇ ਬੱਚਾ 21 ਦਿਨਾਂ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਹੈ, ਮੈਂ ਪਿੱਠ ਪਛਾਣ ਲਈ ਸੀ। ਉਦੋਂ ਤੋਂ ਹੀ ਮੈਂ ਪਿੱਠਾਂ ਨੂੰ ਵੇਖਣ ਤੇ ਜਰਨ ਦੀ ਆਦੀ ਹੋ ਗਈ। ਤੇ ਜਦੋਂ ਵੀ ਅੱਖਾਂ 'ਚ ਰੋਹ ਭਰਿਆ ਤਾਂ ਮੈਂ ਉਹਨਾਂ ਪਿੱਠਾਂ ਉੱਪਰ ਆਪਣੀ ਉਦਾਸ ਇਬਾਰਤ ਲਿਖ ਦਿੱਤੀ, ਜਿਸ ਨੂੰ ਉਹ ਪਿੱਠਾਂ ਵਾਲੇ ਕਦੇ ਵੀ ਨਹੀਂ ਪੜ੍ਹ ਸਕੇ। ਮੈਂ ਤਾਂ ਕਿਆਰੀ ਵਿੱਚ ਹੋਰਨਾਂ ਪੌਦਿਆਂ ਨਾਲ ਕਿਸੇ ਖੱਬਲ ਵਾਂਗ ਉੱਗ ਪਈ ਸਾਂ ਤੇ ਖੱਬਲ ਵਾਂਗ ਹੀ ਪਲ ਗਈ ਹਾਂ। ਮੈਂ ਛਾਂ ਦੇ ਇੱਕ ਇੱਕ ਕਤਰੇ ਲਈ ਉੜਦੇ ਬਾਜ਼ਾਂ ਮਗਰ ਵੀ ਭੱਜੀ ਹਾਂ ਤੇ ਦਰੋਂ ਬੇਦਰ ਹੋ ਕੇ ਕਈ ਵਾਰ ਬੇਆਬਰੂ ਵੀ ਹੋਈ ਹਾਂ। ਮੈਨੂੰ ਨਹੀਂ ਪਤਾ ਕਿ ਕਦੋਂ ਪੌ ਫੁੱਟੀ ਸੀ, ਕਦੋਂ ਸਵੇਰ ਹੋਈ ਸੀ
ਤੇ ਦੁਪਹਿਰਾ ਕਿਵੇਂ ਢਲ ਗਿਆ। ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ ਸ਼ੀਸ਼ੇ 'ਚ ਤੱਕਿਆ ਹੈ, ਮੈਨੂੰ ਉਸ ਉੱਪਰ ਝੁਰੜੀਆਂ ਹੀ ਦਿਸੀਆਂ ਨੇ। ਮੈਂ ਖੱਬਲ ਵਾਂਗ ਮੁੜ ਤੇ ਬਦੋ-ਬਦੀ ਉੱਗੀ ਹਾਂ ਤੇ ਬਦੋ-ਬਦੀ ਪਲੀ। ਤੇ ਇੱਕ ਇਹ ਵੀ ਧਾਰਨਾ ਹੈ ਆਮ ਲੋਕਾਂ ਦੀ ਕਿ ਜਿਹੜੀਆਂ ਔਰਤਾਂ ਬੜੀਆਂ ਪੜ੍ਹ ਲਿਖ ਜਾਂਦੀਆਂ ਨੇ, ਸਕਾਲਰ ਹੁੰਦੀਆਂ ਨੇ, ਜਾਂ ਕਵਿਤਰੀਆਂ ਹੁੰਦੀਆਂ ਨੇ, ਜਾਂ ਕਹਾਣੀਕਾਰਾਂ ਹੁੰਦੀਆਂ ਨੇ, ਸਾਹਿਤਕਾਰਾਂ ਹੁੰਦੀਆਂ ਨੇ, ਉਹ ਹੱਸਦੀਆਂ ਨਹੀਂ, ਉਹ ਡਾਂਸ ਨਹੀਂ ਕਰਦੀਆਂ, ਉਹ ਗੋਲਗੱਪਿਆਂ ਦੀਆਂ ਰੇੜੀਆਂ ਤੇ ਖੜੇ ਹੋ ਕੇ ਗੋਲਗੱਪੇ ਨਹੀਂ ਖਾਂਦੀਆਂ, ਕਿਉਂਕਿ ਇਹ ਚੀਜ਼ਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਸੰਜੀਦਗੀ ਤੇ ਕਿਤੇ ਕੋਈ ਚੋਟ ਨਾ ਹੋਵੇ। ਤੁਸੀਂ ਕਿੱਦਾਂ ਲੈਂਦੇ ਹੋ ਨਾ ਚੀਜ਼ਾਂ? ਨਹੀਂ, ਸੰਜੀਦਗੀ ਕੋਈ ਐਡੀ ਮੈਂ ਮਾੜੀ ਚੀਜ਼ ਨਹੀਂ ਸਮਝਦੀ, ਨਾ ਹੀ ਸੰਜੀਦਗੀ ਨੂੰ ਕੋਈ ਦਾ ਬੁਰਕਾ ਪਾਇਆ ਹੋਇਆ। ਮੈਂ ਗੋਲਗੱਪੇ ਵੀ ਖਾ ਲੈਂਦੀ ਹਾਂ, ਬਾਜ਼ਾਰ 'ਚ ਵੀ ਜਾਈਦਾ, ਕੰਮਕਾਜ ਆਪਣੀ ਜ਼ਿੰਦਗੀ ਦੇ ਕਰਨੇ ਹੀ ਨੇ ਸਾਰੇ। ਹੱਸੀਦਾ ਵੀ ਹੈ, ਜਿੱਥੇ ਹੱਸਣਾ ਉੱਥੇ ਹੱਸੀਦਾ ਵੀ ਹੈ। ਜ਼ਿੰਦਗੀ ਨੂੰ ਮੈਂ ਭਰਪੂਰ ਜੀਣ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ। ਵੱਡਾ ਸਾਰਾ ਸਵਾਲੀਆ ਚੀਨ ਇੱਕ ਇਕੱਲੀ ਰਹਿਣ ਵਾਲੀ ਜਾਂ ਵਿਆਹ ਨਾ ਕਰਾਉਣ ਵਾਲੀ ਔਰਤ ਤੇ ਵੱਡਾ ਨਿਸ਼ਾਨ ਕਿਉਂ ਆ? ਕਿਉਂਕਿ ਸਮਾਜ 'ਚ ਆਦਮੀ ਵੀ ਕਈ ਆ ਜਿਹੜੇ ਇਕੱਲੇ ਆ। ਉਹ ਇੱਕ ਸਾਡੇ ਸਮਾਜ ਦਾ ਨਾ ਬਣਿਆ ਹੋਇਆ ਹੈ, ਮਿੱਥ ਬਣੀ ਹੈ ਇਹ। ਐਸਾ ਨਹੀਂ, ਆਦਮੀ ਵੀ ਜਦੋਂ ਇਕੱਲਾ ਰਹਿੰਦਾ ਤੇ ਉਹਨੂੰ ਵੀ ਮੁਸ਼ਕਿਲਾਂ ਆਉਂਦੀਆਂ, ਉਹਨੂੰ ਵੀ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ। ਆਮ ਤੌਰ ਤੇ ਲੋਕੀ ਜਦੋਂ ਕਿਰਾਏ ਤੇ ਮਕਾਨ ਦੇਣਾ ਹੋਵੇ ਤੇ ਭਾਵੇਂ ਆਦਮੀ ਇਕੱਲਾ ਹੋਵੇ ਤੇ ਭਾਵੇਂ ਔਰਤ, ਉਹ ਕਹਿੰਦੇ ਨੇ ਪਰਿਵਾਰ ਨੂੰ ਦੇਣਾ। ਉਹਨਾਂ ਨੂੰ ਲੱਗਦਾ ਕਿ ਪਰਿਵਾਰ ਹੈ ਤੇ ਸਭ ਕੁਝ ਠੀਕ ਹੈ, ਇਕੱਲਾ ਬੰਦਾ ਤੇ ਕਦਰਨਾਕ ਹੀ ਹੋਏਗਾ ਸ਼ਾਇਦ। ਸੋ ਇਸ ਕਰਕੇ ਇਹ ਕਿਉਂਕਿ ਸਮਾਜ ਦੀ ਸੋਚ ਹੈ, ਤੇ ਜੇ ਤੁਸੀਂ ਉਹ ਸੋਚ ਤੋਂ ਵੱਖਰਾ ਕੁਝ ਖੜਾ ਕੀਤਾ ਤੇ ਤੁਹਾਨੂੰ ਉਸ ਮੁਸ਼ਕਿਲ ਦਾ ਸਾਹਮਣਾ ਤੇ ਕਰਨਾ ਹੀ ਪੈਣਾ ਸੀ। ਇੱਕ ਵੇਲਾ ਸੀਗਾ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਤੁਸੀਂ ਮਜ਼ਬੂਤ ਬਣਾਉਣ ਲਈ ਨੌਕਰੀ ਤਲਾਸ਼ ਕਰ ਰਹੇ ਸੀਗੇ, ਫਿਰ ਜੌਬ ਵੀ ਮਿਲ ਗਈ, ਹੁਣ ਤੁਸੀਂ ਰਿਟਾਇਰ ਹੋ ਗਏ। ਹੁਣ ਮਾਨਸਿਕਤਾ ਕੀ ਕਹਿੰਦੀ ਆ ਔਰ ਪੂਰੀ ਰੁਟੀਨ ਤੁਹਾਡੀ ਕੀ ਹੁੰਦੀ, ਦਿਨਚਰਿਆ ਕੀ ਹੁੰਦੀ ਹੈ? ਮੈਨੂੰ ਜ਼ਿਆਦਾ ਟਾਈਮ ਮਿਲਣ ਲੱਗਿਆ। ਅੱਛਾ, ਪਹਿਲਾਂ ਤਾਂ ਨੌਕਰੀ ਕਰਦੀ ਸੀ ਤੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਸੀ, ਉਹਦਾ ਇੱਕ ਟਾਈਮ ਟੇਬਲ ਹੁੰਦਾ ਸੀ, ਉਹਦੇ ਵਿੱਚ ਤੁਹਾਨੂੰ ਫਿੱਟ ਹੋਣਾ ਪੈਂਦਾ। ਤੇ ਹੁਣ ਤੇ ਮੈਂ ਤੇ ਕਵਿਤਾ ਦੋਵੇਂ ਆਜ਼ਾਦ ਹਾਂ, ਇੱਕ ਦੂਜੇ ਦੇ ਨਾਲ। ਮੈਂ ਇੱਕ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੀ ਹਾਂ, ਪੰਜਾਬ ਦੇ ਇਤਿਹਾਸ ਨੂੰ ਕਵਿਤਾ ਦੇ ਵਿੱਚ ਲਿਖ ਰਹੀ ਹਾਂ। ਸੋ ਇਹ ਪਿਛਲੇ 10 ਸਾਲ ਤੋਂ ਮੈਂ ਕੰਮ ਕਰ ਰਹੀ ਸੀ। ਹੜੱਪਾ ਪੀਰੀਅਡ ਜਿਹੜਾ ਸੀ ਉਦੋਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਮੈਂ ਇਹ ਕਵਿਤਾ ਜਿਹੜੀ ਇਤਿਹਾਸ ਹੈ ਜਿਹੜਾ ਉਸ ਨੂੰ ਕਵਿਤਾ 'ਚ ਲਿਖਿਆ ਔਰ ਛੰਦਬੱਧ ਲਿਖਿਆ। ਅੱਛਾ ਜੀ। ਹਾਂਜੀ, ਇਹ ਆਪਣੇ ਤਰੀਕੇ ਦਾ ਇੱਕ ਨਵੇਕਲਾ ਕੰਮ ਹੈ। ਤਾਂ ਉਹ ਕਿਤਾਬ ਮੇਰੀ ਪਹਿਲੀ ਜਿਹੜੀ ਹੈ ਉਹ ਹੁਣ ਆ ਰਹੀ ਹੈ। ਕੀ ਬਾਤ ਹੈ ਜੀ। ਫਿਰ ਅਗਲਾ ਅੱਗੇ ਜਿਹੜਾ ਹੈ ਅੰਗਰੇਜ਼ਾਂ ਦੇ ਸਮੇਂ ਤੋਂ ਅਗਲਾ ਪੰਜਾਬ ਜਿਹੜਾ ਹੈ ਉਹ ਫਿਰ ਅਗਲੀ ਕਿਤਾਬ 'ਚ ਆਏਗਾ। ਤੁਸੀਂ ਕਿੰਨੇ ਸਾਲ ਕਾਲਜ ਪੜ੍ਹਾਇਆ ਹੈ, ਬਹੁਤ ਸਾਰੇ ਅਦਾਰਿਆਂ ਨਾਲ ਜੁੜੇ ਰਹੇ। ਹਾਂਜੀ। ਔਰ ਬਹੁਤ ਸਾਰੇ ਜਿਵੇਂ ਕਵੀ ਦਰਬਾਰਾਂ 'ਚ ਜਾਣਾ, ਪ੍ਰੋਗਰਾਮਾਂ 'ਚ ਜਾਣਾ, ਤੁਹਾਨੂੰ ਤੁਹਾਡੇ ਕਈ ਤਰ੍ਹਾਂ ਦੇ ਦਰਸ਼ਕ ਮਿਲਦੇ ਨੇ, ਤੁਹਾਨੂੰ ਤੁਹਾਡੀ ਕਵਿਤਾ ਨੂੰ ਪਿਆਰ ਕਰਨ ਵਾਲੇ ਮਿਲਦੇ ਆ, ਕੁੜੀਆਂ ਸਪੈਸ਼ਲੀ ਮਿਲਦੀਆਂ ਨੇ। ਹਾਂਜੀ। ਔਰ ਤੁਸੀਂ ਮਾਸ਼ਾਅੱਲਾ ਇੱਕ ਬੜੀ ਅੱਛੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਹੋ। ਲੜਕੀਆਂ ਤੁਹਾਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਕਦੇ ਆਉਂਦੀਆਂ ਨੇ ਜਾਂ ਤੁਹਾਨੂੰ ਪੁੱਛਣ ਆਉਂਦੀਆਂ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਿਵੇਂ ਲਈਏ, ਜਾਂ ਜਿਹੜੇ ਸੁਪਨੇ ਅਸੀਂ ਦੇਖ ਰਹੀਆਂ ਵਾਂ ਜਾਂ ਜਿਨ੍ਹਾਂ ਨੂੰ ਪੂਰੇ ਕਰਨਾ ਚਾਹੁੰਦੀਆਂ ਉਹਨਾਂ ਲਈ ਕੀ ਕਰੀਏ? ਨਹੀਂ, ਮੈਨੂੰ ਲੱਗਦਾ ਹੈ ਕਿ ਵੀ ਕਈ ਪ੍ਰੇਰਿਤ ਹੁੰਦੀਆਂ ਨੇ ਕੁੜੀਆਂ, ਖਾਸ ਤੌਰ ਤੇ ਜਦੋਂ ਮੇਰੇ ਕਾਲਜ ਹੁੰਦੀ ਸੀ, ਮੇਰੀਆਂ ਵਿਦਿਆਰਥਣਾਂ ਮੇਰੀ ਜ਼ਿੰਦਗੀ ਤੋਂ ਪ੍ਰੇਰਿਤ ਹੁੰਦੀਆਂ ਸੀ ਕਿ ਵੀ ਮੈਡਮ ਇਕੱਲੇ ਆਪਣੀ ਜ਼ਿੰਦਗੀ ਉਹ ਗੁਜ਼ਾਰ ਰਹੇ ਨੇ। ਤਾਂ ਹੁਣ ਵੀ ਕਈ ਵਾਰੀ ਕਈ ਸਾਲਾਂ ਦੀ ਪੁਰਾਣੀ ਵਿਦਿਆਰਥਣ ਕਦੀ ਕਿਧਰੇ ਮਿਲ ਜਾਏਗੀ ਜਾਂ ਕੋਈ ਫੋਨ ਆ ਜਾਏਗਾ ਤਾਂ ਉਹ ਮੈਨੂੰ ਦੱਸਦੀਆਂ ਕਿ ਵੀ ਅਸੀਂ ਆਪਣੀ ਜ਼ਿੰਦਗੀ 'ਚ ਕਿਸੇ ਮੁਕਾਮ ਤੇ ਜਾ ਕੇ ਖੜੇ ਹੋ ਗਏ ਜਿੱਥੇ ਸਾਨੂੰ ਲੱਗਿਆ ਕਿ ਅਸੀਂ ਕੋਈ ਫੈਸਲਾ ਕਰਨਾ ਹੈ, ਤੇ ਉਦੋਂ ਅਸੀਂ ਯਾਦ ਕੀਤਾ ਕਿ ਜੇ ਮੈਡਮ ਪਾਲ ਕੌਰ ਰਹਿ ਸਕਦੇ ਇਕੱਲੇ ਤੇ ਅਸੀਂ ਕਿਉਂ ਨਹੀਂ ਰਹਿ ਸਕਦੇ। मैडम बहुत एक अच्छे दोस्त है, एक लेखिका जिहड़ी पोइट कविता ਤਾਂ ਪ੍ਰਭਾਵਿਤ ਤਾਂ ਮੈਂ ਉਹਨਾਂ ਦੀ ਕਵਿਤਾ ਤੋਂ ਹੋ ਕੇ ਹੀ ਉਹਨਾਂ ਨਾਲ ਜੁੜੀ ਸੀ। ਉਹਨਾਂ ਦੀ ਕਵਿਤਾ ਸਭ ਪੜ੍ਹਦੇ ਨੇ, ਕਵਿਤਾਵਾਂ ਤੋਂ ਤੇ ਸ਼ਾਇਦ ਬਹੁਤ ਜਾਣਦੇ ਨੇ, ਪਰ ਇੱਕ ਇਨਸਾਨ ਹੋ ਕੈਸੇ ਨੇ ਇਹ ਮੈਂ ਤੁਹਾਨੂੰ ਸ਼ਾਇਦ ਜ਼ਿਆਦਾ ਦੱਸ ਸਕਦੀ ਹਾਂ ਕਿ ਉਹ ਇੱਕ ਬਹੁਤ ਹੀ ਬਿਹਤਰੀਨ ਇਨਸਾਨ ਨੇ। ਚੁੱਪ ਰਹਿੰਦੀ ਹੈ ਪਾਲ, ਬੋਲਣ 'ਚ ਸ਼ਬਦ ਘੱਟ ਵਰਤਦੀ ਹੈ, ਲਿਖਣ 'ਚ ਜ਼ਿਆਦਾ ਵਰਤਦੀ ਹੈ, ਤੇ ਪਰ ਉਹਦੇ ਜਿਹੜਾ ਅੰਦਰ ਉਹਦੇ ਬਹੁਤ ਅਹਿਸਾਸ ਬੜੇ ਗਹਿਰੇ ਨੇ।
ਜਿਹੜੀ ਵੀ ਚੀਜ਼ ਨੂੰ ਦੇਖਦੀ ਹੈ ਉਹਦੇ ਅੰਦਰ ਉਤਰ ਜੀ ਜਾਂਦੀ ਦੀ ਹੈ ਔਰ ਇਨਸਾਨੀਅਤ ਬਹੁਤ ਭਰ ਕੇ ਹੈ ਉਹਦੇ ਅੰਦਰ। ਔਰਤ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਆਪਣੀ ਜ਼ਿੰਦਗੀ ਜੀ ਸਕਦੀ ਹੈ ਆਪਣੇ ਤਰੀਕੇ ਦੀ। ਪੁਰਾਣੇ ਸਮੇਂ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਵੱਖ ਤਰ੍ਹਾਂ ਦੇ ਅਪਰਾਧ ਹੁੰਦੇ ਸੀਗੇ, ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਸੀ। ਅੱਜ ਦਾ ਸਮਾਂ ਜੇ ਤਬਦੀਲ ਹੋਇਆ ਹੈ, ਆਧੁਨਿਕਤਾ ਆਈ ਹੈ, ਔਰਤ ਪੜ੍ਹੀ ਲਿਖੀ ਹੈ, ਵੱਡੇ ਅਹੁਦਿਆਂ ਤੇ ਵੀ ਪਹੁੰਚੀ ਹੈ, ਤੇ ਵੀ ਸੱਚਾਈ ਹੈ ਕਿ ਉਹਦੇ ਨਾਲ ਜੁੜੇ ਹੋਏ ਅਪਰਾਧ ਵੀ ਜਿਹੜੇ ਨੇ ਉਹਨਾਂ ਨੇ ਵੀ ਰੂਪ ਰੰਗ ਬਦਲਿਆ ਹੈ। ਕੀ ਕਰਨ ਲੜਕੀਆਂ? ਕੁੜੀਆਂ ਨੂੰ ਇਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਐਸੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਵੀ ਕੁੜੀਆਂ ਇਹ ਨਾ ਸੋਚਣ ਕਿ ਅਸੀਂ ਅਬਲਾ ਹਾਂ, ਅਸੀਂ ਕਮਜ਼ੋਰ ਹਾਂ। ਜਦੋਂ ਸ਼ੁਰੂ ਤੋਂ ਹੀ ਮਾਂ-ਬਾਪ ਨੇ ਨਾ ਜਿਹੜੇ ਉਹ ਕੁੜੀ ਨੂੰ ਭੇਜਣਗੇ ਤੇ ਨਾਲ ਭਰਾ ਨੂੰ ਭੇਜ ਦੇਣਗੇ, ਛੋਟੇ ਭਰਾ ਨੂੰ ਨਾਲ ਰੱਖਿਆ ਕਰਨ ਲਈ ਭੇਜ ਦਿੰਦੇ, ਇਹ ਬੜੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਜੀ। ਤਾਂ ਫਿਰ ਉਹ ਕੁੜੀ ਦੇ ਮਨ 'ਚ ਆ ਜਾਂਦਾ ਵੀ ਮੈਂ ਕਮਜ਼ੋਰ ਹਾਂ, ਉਹ ਕਮਜ਼ੋਰ ਹੀ ਸਮਝਦੀ ਰਹਿੰਦੀ ਆਪਣੀ। ਤਾਂ ਉਹ ਜਿਹੜੀ ਸਰੀਰ ਦੇ ਨਾਲੋਂ ਮਨ ਦੀ ਤਾਕਤ ਜ਼ਿਆਦਾ ਵੱਡੀ ਹੈ। ਤੇ ਜੇ ਉਹਨੂੰ ਮਨ ਦੀ ਤਾਕਤ ਵੀ ਉਹਦੇ ਅੰਦਰ ਹੋਵੇ ਕਿ ਵੀ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੇ, ਤੇ ਨਾਲ ਉਹਨੂੰ ਟ੍ਰੇਨਿੰਗ ਵੀ ਦਿੱਤੀ ਜਾਵੇ। ਕੁੜੀਆਂ ਅੱਜ ਕੱਲ੍ਹ ਕਾਲਜਾਂ ਵਿੱਚ ਵੀ ਸਕੂਲਾਂ 'ਚ ਵੀ ਜੂਡੋ ਕਰਾਟੇ ਕੁੜੀਆਂ ਨੂੰ ਸਿਖਾਇਆ ਜਾਂਦਾ ਹੈ। ਤੁਹਾਡੀਆਂ ਪਾਲ ਕੌਰ ਜੀ ਬਹੁਤ ਸਾਰੀ ਕਵਿਤਾਵਾਂ ਨੇ ਜਿਹੜੀਆਂ ਲਿਖੀਆਂ ਹੋਈਆਂ ਨੇ, ਉਹ 'ਚ ਤੁਹਾਡੇ ਆਪਣੇ ਮਨ ਦੀ ਗਹਿਰਾਈ ਜਿਹੜੀ ਤੁਸੀਂ ਬੜੇ ਬੇਬਾਕ ਤਰੀਕੇ ਨਾਲ ਪੇਸ਼ ਕੀਤੀ ਹੈ, ਵਿਦਰੋਹ ਵੀ ਪੇਸ਼ ਕੀਤਾ ਹੈ, ਮਨ ਦੀ ਸੰਜੀਦਗੀ ਵੀ ਪੇਸ਼ ਕੀਤੀ ਹੈ। ਸਾਰੀ ਕਵਿਤਾਵਾਂ 'ਚ ਤੁਸੀਂ ਸਿਰਫ ਆਪਣੇ ਆਪ ਬਾਰੇ ਲਿਖਿਆ ਹੈ ਜਾਂ ਕਿਸੇ ਹੋਰ ਬਾਰੇ ਵੀ, ਕਿਸੇ ਦੂਜੇ ਬਾਰੇ ਵੀ? ਦੇਖੋ, ਕਵਿਤਾ ਜਿਹੜੀ ਮੈਂ ਆਪਣੇ ਆਪ ਤੋਂ ਹੀ ਸ਼ੁਰੂ ਕੀਤੀ ਸੀ, ਆਪਣੀ ਹੀ ਯਾਤਰਾ ਤੋਂ ਸ਼ੁਰੂ ਕੀਤੀ ਸੀ, ਲੇਕਿਨ ਜਿਹੜੇ ਵੀ ਮੇਰੇ ਸਵਾਲ ਨੇ ਉਹ ਸਵਾਲ ਸਮਾਜ ਦੇ ਪ੍ਰਬੰਧ ਨੂੰ ਨੇ, ਉਹ ਰਾਜਨੀਤਿਕ ਪ੍ਰਬੰਧ ਨੂੰ ਹੀ ਨੇ। ਸੋ ਪਹਿਲਾਂ ਸਮਾਜ ਨੂੰ ਮੁਖਾਤਿਬ ਸੀ ਮੇਰੇ ਸਵਾਲ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਮੇਰੀ ਆਪਣੀ ਯਾਤਰਾ ਸਹਿਜ ਹੋ ਗਈ, ਮੈਂ ਸਹਿਜ ਚੱਲਣਾ ਸ਼ੁਰੂ ਕਰਤਾ, ਤਾਂ ਮੈਂ ਫਿਰ ਰਾਜਨੀਤਿਕ ਵਿਸ਼ੇ ਵੀ ਜਿਹੜੇ ਨੇ ਉਹ ਮੇਰੀ ਕਵਿਤਾ ਦੇ ਵਿੱਚ ਆਉਂਦੇ ਰਹੇ ਨੇ। ਇੱਦਾਂ ਤਾਂ ਜੋ ਪੰਜਾਬ ਦਾ ਜੋ 80 ਤੋਂ ਲੈ ਕੇ 80-90 ਵਾਲਾ ਜਿਹੜਾ ਦਹਾਕਾ ਸੀ, ਜੋ ਦੌਰ ਰਿਹਾ, ਉਹਦੇ ਨਾਲ ਸੰਬੰਧਿਤ ਕਵਿਤਾ ਵੀ ਲਿਖੀ ਮੈਂ। ਤਾਂ ਪਿਛਲੇ 5-7 ਸਾਲ ਤੋਂ ਜੋ ਦੇਸ਼ ਦੇ ਹਾਲਾਤ ਨੇ ਉਹਨਾਂ ਨਾਲ ਸੰਬੰਧਿਤ ਵੀ ਮੈਂ ਕਵਿਤਾ ਲਿਖੀ ਹੈ। ਤੇ ਸਾਡਾ ਪ੍ਰੋਗਰਾਮ ਹੈ ਆ ਛੂਲਾ ਜ਼ਿੰਦਗੀ, ਤੇ ਇੱਕ ਤਾਂ ਦੱਸੋ ਕਿ ਇਸ ਜੇ ਆ ਲਾਈਨਾਂ ਬੋਲੀਆਂ ਜਾਣ ਤਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਕਿਹੜੇ ਪਹਿਲੂ ਤੇ ਜਾਂ ਕਿਹੜੇ ਮੌਕੇ ਤੇ ਤੁਹਾਨੂੰ ਲੱਗਦਾ ਕਿ ਆਹ ਵਾਲਾ ਜਿਹੜਾ ਫਰੇਜ਼ ਹੈ ਜਾਂ ਆਵਲੇ ਸ਼ਬਦ ਨੇ ਪੂਰੇ ਟੁਕਦੇ ਆ ਛੂਲਾ ਜ਼ਿੰਦਗੀ? ਮੈਂ ਜ਼ਿੰਦਗੀ ਨੂੰ ਜਦੋਂ ਪਹਿਲਾਂ ਮੇਰਾ ਜਿਹੜਾ ਪਹਿਲਾ ਸਮਾਂ ਸੀ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਉਦੋਂ ਤੇ ਮੈਂ ਤੰਗਦੀ ਰਹੀ ਕਿ ਵੀ ਜ਼ਿੰਦਗੀ ਮੈਨੂੰ ਛੂ ਕੇ ਜਾਵੇ। ਜ਼ਿੰਦਗੀ ਭਰਪੂਰ ਜ਼ਿੰਦਗੀ ਜਿਹੜੀ ਹੈ ਉਹ ਮੇਰੇ ਤੋਂ ਕਾਫੀ ਦੇਰ ਦੂਰ ਰਹੀ। ਫਿਰ ਇੱਕ ਵਕਤ ਆਇਆ ਕਿ ਜ਼ਿੰਦਗੀ ਨੇ ਮੈਨੂੰ ਪੂਰੀ ਤਰ੍ਹਾਂ ਛੂਇਆ, ਤੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਮੈਂ ਤੇ ਜ਼ਿੰਦਗੀ ਇੱਕ ਆ, ਜ਼ਿੰਦਗੀ ਮੇਰੇ ਤੋਂ ਅਲੱਗ ਨਹੀਂ ਹੈ। ਤੁਸੀਂ ਆਪਣੀ ਜ਼ਿੰਦਗੀ ਆਪਣੇ ਸੁਪਨਿਆਂ ਜ਼ਿੰਦਗੀ ਜੀਵੀ ਹੈ, ਤੇ ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੇ ਨੌਜਵਾਨ ਨੇ ਬਹੁਤ ਆਪਣੀ ਮਰਜ਼ੀ ਦੀ ਖੂਬਸੂਰਤ ਜ਼ਿੰਦਗੀ ਜੀਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸੁਪਨੇ ਜਿਹੜੇ ਨੇ ਉਹ ਸਾਜਣੇ ਬਹੁਤ ਜ਼ਰੂਰੀ ਨੇ, ਤੇ ਚੰਗੇ ਸੁਪਨੇ ਲੈਣ ਜ਼ਿੰਦਗੀ ਦੇ, ਤੇ ਉਹਨਾਂ ਸੁਪਨਿਆਂ ਮੁਤਾਬਕ ਆਪਣੀ ਜ਼ਿੰਦਗੀ ਨੂੰ ਚਲਾਉਣ, ਔਰ ਉਹਦੇ ਵਾਸਤੇ ਕੰਮ ਕਰਨਾ ਪੈਂਦਾ। ਜ਼ਿੰਦਗੀ ਦੇ ਸੁਪਨੇ ਐਸੇ ਨੇ ਜਿਹੜੇ ਸੌਂ ਕੇ ਪੂਰੇ ਨਹੀਂ ਹੋਣੇ ਜੀ, ਕਿਉਂਕਿ ਸੁਪਨੇ ਸੌਂ ਕੇ ਲਏ ਜਾਂਦੇ ਨੇ ਤੇ ਉਹਨਾਂ ਨੂੰ ਪੂਰਾ ਜਿਹੜਾ ਉਹ ਜਾਗ ਕੇ ਕੀਤਾ ਜਾ ਸਕਦਾ ਹੈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਇੰਨੇ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਇੰਨੇ ਮਜ਼ਬੂਤ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੇ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਸੁਣ ਕੇ ਤੁਹਾਨੂੰ ਵੀ ਬਹੁਤ ਵੱਡੀ ਪ੍ਰੇਰਣਾ ਮਿਲੀ ਹੋਏਗੀ। ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਡੇ ਦੂਰਦਰਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।